सत श्री अकाल। तुसीं देख रहे हो पंजाब मेल USA TV। मेरा नाम जतिंदर सिंह खैरा। प्रोग्राम अज की गल लैके मैं हाजिर हाँ। साल क पहलां जिहड़ा सी वो जवाहरलाल यूनीवर्सिटी दिल्ली दे विच एक हिंसा फड़ी सी। यानी कि कुछ गुंडे जिहड़े सीगे वो रात नूं यूनीवर्सिटी दे विच दाखल हुंदे ने और उत्थे हिंसक झड़पां हुंदियां ने। इस हिंसक झड़प च 35 तो वध व्यक्ति जिहड़े सीगे वो घायल हो जाते हैं, जिन्हां दे विच उसे यूनीवर्सिटी की विद्यार्थी यूनीयन जिहड़ी है यानी कि स्टूडेंट एसोसीएशन की प्रधान जिहड़ी है आयशी घोष जिहड़ी है वो भी पूरी तरह जख्मी होंदी है। इहदे विच कोई जिहड़ी है वो अतकथनी नहीं हैगी कि इस हिंसा के बाद जिहड़ा सीगा, क्योंकि यूनीवर्सिटी जवाहरलाल यूनीवर्सिटी की गल की जाए तो इस यूनीवर्सिटी की यूनीयन दे विच खब्बेपंथी जिहड़ी है वो लगातार एक चंगे अहुदियां ते रही है। यानी कि इस यूनीवर्सिटी की स्टूडेंट यूनीयन ने इल्ज़ाम लाए सी कि जिन्हां ने हिंसा की है जां जिन्हां ने जिहड़ा है उत्थे कुੱਟਮਾਰ की है उन्हां दे विचों बीजेपी दे नाल संबंध रखने वाले यानी कि अखिल भारतीय परिषद सी ਤੇ ਇਹਦੇ ਵਿੱਚ ਜਿਹੜੇ ਸੀਗੇ ਉਹਨਾਂ ਦੇ ਵਿੱਚ ਉਹਨਾਂ ਦੇ ਗੁੰਡੇ ਸ਼ਾਮਲ ਸੀ ਔਰ ਇਹਨਾਂ ਦੇ ਗੁੰਡਿਆਂ ਨੇ ਜਿਹੜਾ ਹੈ ਕੁੱਟਮਾਰ ਕੀਤੀ ਹੈ। 26 ਜਨਵਰੀ ਨੂੰ ਏਸੀ ਮਤਲਬ ਯਾਨੀ ਕਿ AVP ਦੀ ਹੀ ਇੱਕ ਅਹੁਦੇਦਾਰ ਨੇ ਜਿਹੜਾ ਹੈ ਬਿਆਨ ਦਿੱਤਾ ਸੀਗਾ ਕਿ ਜਿਹੜੀ ਹਿੰਸਾ ਭਟਕੀ ਸੀਗੀ ਰਾਤ ਨੂੰ ਹੋਸਟਲ ਦੇ ਵਿੱਚ ਜਿਹੜੇ ਨੇ 35 ਤੋਂ ਵੱਧ ਜਿਹੜੇ ਫੱਟੜ ਹੋ ਗਏ ਸੀਗੇ ਵਿਦਿਆਰਥੀ ਤੇ ਜਿਨ੍ਹਾਂ ਦੇ ਵਿੱਚ ਕੁਝ ਟੀਚਰ ਵੀ ਸ਼ਾਮਲ ਸੀਗੇ। ਉਹਨਾਂ ਦੇ ਵਿੱਚ ਜਿਹੜੇ ਸੀਗੇ ਉਹ ਜਿਨ੍ਹਾਂ ਨੇ ਫੱਟੜ ਕੀਤਾ ਸੀ ਹਿੰਸਾ ਜਿਹੜੀ ਹੈ ਉਹ ਜਿਹੜਿਆਂ ਨੇ ਛੇੜੀ ਸੀਗੀ ਉਹਨਾਂ ਦੇ ਵਿੱਚ AVP ਦੇ ਕੁਝ ਮੈਂਬਰ ਸੀਗੇ। ਇਹ 6 ਜਨਵਰੀ ਨੂੰ 2020 ਨੂੰ ਇੱਕ ਇੰਟਰਵਿਊ ਹੁੰਦੀ ਹੈ। ਉਸ ਇੰਟਰਵਿਊ ਦੇ ਵਿੱਚ ਜਿਹੜਾ ਹੈ ਇਹੀ ਇਹਨਾਂ ਦੀ AVP ਦੀ ਇੱਕ ਅਹੁਦੇਦਾਰ ਨੇ ਜਿਹੜਾ ਸੀ ਇਹ ਮੰਨਿਆ ਸੀ। ਇਸ ਤੋਂ ਬਾਅਦ ਦਿੱਲੀ ਪੁਲਿਸ ਨੂੰ ਵੀ ਜਿਹੜਾ ਸੀਗਾ ਇੱਕ WhatsApp ਗਰੁੱਪ ਜਿਹੜਾ ਹੈ ਉਹ ਮਿਲਦਾ ਹੈ, ਜਿਹਦੇ ਵਿੱਚ ਇੱਕ WhatsApp ਗਰੁੱਪ ਦੇ ਵਿੱਚ ਇਹ ਬਣਾਇਆ ਗਿਆ ਸੀਗਾ ਕਿ ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਇਕਜੁੱਟ ਹੋਵੋ ਖੱਬੇ ਪੱਖੀ ਜਿਹੜੀਆਂ यूनियंस ने उन्होंने खिलाफ। सो तुसी इस गल तो अंदाज़ा ला सकते हो कि सरकारां जिहड़ियां ने या कह लो कि इन्ने एविडेंस होने तो बाद भी जिहड़ा है वो की होता है। इस तो बाद जिहड़ा है 15 जनवरी 2020 ਨੂੰ दौलत राम कॉलेज की एक भाजपा आगू जिन्हें नकाब पाया होया सीगा यानी कि वो दौलत राम कॉलेज की आगू है ਉਹਦੀ ਜਿਹੜੀ ਸ਼ਨਾਖਤ ਹੋਈ ਸੀ ਕਿ ਇਹ ਵੀ ਉਸ ਟਾਈਮ ਉੱਥੇ ਮੌਜੂਦ ਸੀ। ਹਾਸੋਹੀਣੀ ਗੱਲ ਤੇ ਇਹ ਆ ਕਿ ਹੁਣ ਤੱਕ ਦੁਨੀਆ ਦੀ ਸਭ ਤੋਂ ਯਾਨੀ ਕਿ ਭਾਰਤ ਦੀ ਦੁਨੀਆ ਦੀ ਨਾ ਮੰਨੋ ਤੇ ਭਾਰਤ ਦੀ ਸਭ ਤੋਂ ਵਧੀਆ ਯੂਨੀਵਰਸਿਟੀ ਜਿੱਥੋਂ ਬਹੁਤ ਸਾਰੇ ਉੱਘੇ ਨਾਮ ਜਿਹੜੇ ਨੇ ਉਹ ਸੁਸਾਇਟੀ ਵਿੱਚ ਗਏ ਨੇ ਔਰ ਦੇਸ਼ ਦੀ ਜਿਹਨੂੰ ਮੋਦੀ ਸਾਹਿਬ ਆਤਮ ਨਿਰਭਰਤਾ ਕਹਿੰਦੇ ਨੇ ਉਹਨਾਂ ਨੇ ਵਾਕਈ ਆਤਮ ਨਿਰਭਰਤਾ ਦੀ ਕੰਮ ਕੀਤਾ ਹੈ। और इस देश की सब तो वधिया यूनीवर्सिटी के उत्ते हुए हमले दे विच अजे तक साल हो चुका है कोई भी गिरफ्तारी जिहड़ी है वो किसी भी जिहड़ी है एजेंसी वालों या किसी भी जिहड़ी है यूनिट वालों या फिर यह कह लो कि इन्हां दी कोई भी एजेंसी वालों अजे भी कोई गिरफ्तारी जिहड़ी है वो नहीं की गई। पुलिस अनुसार जिहड़ा है वो 3 केस जिहड़े ने वो दर्ज किए गए हैं, पर हासे वाली गल है कि इन्हां 3 केसां दे उत्ते वो कहिंदे ने कि लगातार तफ्तीश जिहड़ी है वो जारी है। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਜਿੱਥੇ ਸਭ ਤੋਂ ਸੋਹਣੀ ਯੂਨੀਵਰਸਿਟੀ ਸਭ ਤੋਂ ਵਧੀਆ ਯੂਨੀਵਰਸਿਟੀ ਜਿੱਥੋਂ ਬੜੇ ਸਾਰੇ ਨਾਮਵਰ ਚਿਹਰੇ ਜਿਹੜੇ ਨੇ ਉਹ ਬਾਹਰ ਨਿਕਲੇ ਹੋਣ ਉੱਥੇ ਹਮਲਾ ਹੋਵੇ ਔਰ ਸਾਲ ਲੱਗ ਜਾਵੇ ਔਰ ਸਰਕਾਰ ਜੇ ਲਗਾਤਾਰ ਇਹ ਕਹੀ ਜਾਵੇ ਕਿ ਤਫਤੀਸ਼ ਜਾਰੀ ਹੈ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਲਾਅ ਐਂਡ ਆਰਡਰ ਦੀ ਸਥਿਤੀ ਕੀ ਹੈ ਔਰ ਕਿੱਥੇ ਜਾ ਰਹੀ ਹੈ। ਸੋ ਤੁਸੀਂ ਇਸ ਪੂਰੇ ਬਿਰਤਾਂਤ ਦੇ ਵਿੱਚ ਦਿੱਲੀ ਪੁਲਿਸ ਹੈ ਜਿਹੜੀ ਆਪਣੇ ਆਪ ਨੂੰ ਇੱਕ ਚੰਗੀ ਪੁਲਿਸ ਜਾਂਚ ਏਜੰਸੀ ਵੀ ਮੰਨਦੀ ਹੈ, ਉਹਨਾਂ ਲੱਗਦਾ ਕਿ ਸਾਡੇ ਵਰਗੀ ਪੁਲਿਸ ਜਿਹੜੀ ਹੈ ਹੋਣੀ ਨਹੀਂ। ਮੈਂ ਇੱਥੇ ਦੱਸ ਦਵਾਂ ਕਿ ਦਿੱਲੀ ਪੁਲਿਸ ਜਿਹੜੀ ਹੈ ਉਹ ਸੈਂਟਰ ਦੇ ਯਾਨੀ ਕਿ ਸੈਂਟਰ ਸਰਕਾਰ ਦੇ ਡਾਇਰੈਕਟ ਹੱਕ ਵਿੱਚ ਆਉਂਦੀ ਹੈ। ਗੁੰਡਾਗਰਦੀ ਕਰਨਾ, ਲਹੂ ਲਹਾਨ ਕਰਨਾ, ਕੁੱਟਮਾਰ ਕਰਨਾ ਇੱਕ ਉਸ ਯੂਨੀਵਰਸਿਟੀ ਦੇ ਵਿੱਚ ਵੜ ਕੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਣੀ ਤਾਂ ਤੁਸੀਂ ਇਸ ਯਾਨੀ ਕਿ ਇਸ ਦਿੱਲੀ ਪੁਲਿਸ ਦੀ ਜਿਹੜੀ ਆ ਕਾਬਲੀਅਤ ਦੇ ਉੱਤੇ ਉਂਗਲੀ ਚੱਕ ਸਕਦੇ ਹੋ। ਜਦੋਂ ਪੂਰਬੀ ਦਿੱਲੀ ਦੇ ਉੱਤੇ ਹਿੰਸਾ ਭੜਕੀ ਸੀ ਤਾਂ ਉਦੋਂ ਵੀ ਬਹੁਤ ਸਾਰੇ ਇਹਨਾਂ ਦੀ ਵਾਹਵਾਹੀ ਦੇ ਬਿਰਤਾਂਤ ਯਾਨੀ ਕਿ ਨੀਅਤ ਦੇ ਜਿਹੜੇ ਬਿਰਤਾਂਤ ਨੇ ਉਹ ਸਾਹਮਣੇ ਆਏ ਸੀ, ਕਿਉਂਕਿ ਇਹਨਾਂ ਨੇ ਉਦੋਂ ਵੀ ਕੋਈ ਚੰਗਾ ਕੰਮ ਨਹੀਂ ਕੀਤਾ ਸੀਗਾ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਸੀਂ ਬੜੀ ਵਾਰੀ ਕਹਿੰਦੇ ਹਾਂ ਕਿ ਅਸੀਂ ਇਮਰਜਿੰਗ ਜਿਹੜੀ ਇਕੋਨਮੀ ਹੈ, ਅਸੀਂ ਬੜੇ ਸਟਾਰਟਅਪ ਪੈਦਾ ਕੀਤੇ ਨੇ। ਮੋਦੀ ਸਾਹਿਬ ਜਦੋਂ ਉਦਘਾਟਨ ਕਰਨ ਜਾਂਦੇ ਨੇ ਉਹ ਕਹਿੰਦੇ ਨੇ ਕਿ ਅੱਜ ਦੇ ਜਿਹੜੇ ਸਟਾਰਟਅਪ ਨੇ ਉਹ ਕੱਲ੍ਹ ਦੀਆਂ ਮਲਟੀਨੈਸ਼ਨਲ ਕੰਪਨੀਆਂ ਬਣਦੇ ਨੇ। ਜਦੋਂ ਅਸੀਂ ਮਲਟੀਨੈਸ਼ਨਲ ਦੀਆਂ ਕੰਪਨੀਆਂ ਦੀ ਗੱਲ ਕਰਦੇ ਹਾਂ ਤੇ ਗਲੋਬਲ ਹੋਣ ਦੀ ਗੱਲ ਕਰਦੇ ਹਾਂ, ਦੁਨਿਆਤਮਕ ਹੋਣ ਦੀ ਗੱਲ ਕਰਦੇ ਹਾਂ, ਤਾਂ ਤੁਸੀਂ ਇਸ ਹਿਸਾਬ ਦੇ ਨਾਲ ਅੰਦਾਜ਼ਾ ਲਾ ਸਕਦੇ ਹੋ ਕਿ ਅਸੀਂ ਕਿੰਨੇ ਕੁ ਗਲੋਬਲ ਆ, ਕਿੰਨਾ ਕੁ ਜਿਹੜਾ ਸਾਡਾ ਤਾਰੋਮਦਾਰ ਹੈ ਉਹ ਇਸ ਵਿਸ਼ੇ ਦੇ ਉੱਤੇ ਸੈੱਟ ਹੈ, ਇੱਥੇ ਕਿਵੇਂ ਦਾ ਲਾਅ ਐਂਡ ਆਰਡਰ ਹੈ। ਕਿਉਂਕਿ ਜਦੋਂ ਅਸੀਂ ਮਲਟੀਨੈਸ਼ਨਲ ਕੰਪਨੀਜ਼ ਦੀ ਗੱਲ ਕਰਦੇ ਹਾਂ ਤੇ ਦੂਸਰੇ ਮੁਲਕਾਂ ਤੋਂ ਵੀ ਆ ਕੇ ਕੰਪਨੀਆਂ ਜਿਹੜੀਆਂ ਨੇ ਇੱਥੇ ਇਨਵੈਸਟ ਕਰਦੀਆਂ ਨੇ। ਜਦੋਂ ਦਾ ਮੋਦੀ ਸਾਹਿਬ ਹੁਣਾਂ ਨੇ ਹਕੂਮਤ ਸੰਭਾਲੀ ਹੈ ਇਨਵੈਸਟਮੈਂਟ ਤਾਂ ਨਹੀਂ ਆਈ, ਪਰ ਇੱਦਾਂ ਦੇ ਜਿਹੜੇ ਰੌਲੇ ਨੇ ਜਿਨ੍ਹਾਂ ਦੇ ਵਿੱਚ ਆਰਡੀਨੈਂਸ ਹੋ ਗਿਆ, ਫਿਰਕੂ ਪ੍ਰਸਤੀ ਹੋ ਗਈ, ਦੰਗੇ ਹੋ ਗਏ, ਇਹ ਆਮ ਵੇਖਣ ਨੂੰ ਮਿਲ ਰਹੇ ਨੇ। ਫਿਰ ਦੂਸਰੇ ਬੰਨੇ ਤੁਸੀਂ ਲਾ ਲਓ ਹਿਸਾਬ ਕਿ ਇੱਕ ਬੰਨੇ ਤੇ ਸਾਲ ਹੋ ਗਿਆ ਜਵਾਹਰਲਾਲ ਯੂਨੀਵਰਸਿਟੀ ਦਾ ਕੇਸ ਜਿਹੜਾ ਹੈ ਉਹ ਅਜੇ ਤੱਕ ਹੱਲ ਨਹੀਂ ਹੁੰਦਾ। ਅਰੇ ਇਹੀ ਉਹ ਪੁਲਿਸ ਹੈ ਜਿਨ੍ਹਾਂ ਨੇ ਜਿਹੜਾ ਹੈ ਜਦੋਂ NRC ਦੇ ਵਿਰੁੱਧ ਜਿਹੜੇ ਨੇ ਚਿੰਤਕ ਬੋਲ ਰਹੇ ਸੀ, ਵਿਦਿਆਰਥੀ ਬੋਲ ਰਹੇ ਸੀਗੇ ਤੇ ਉਹਨਾਂ ਦੇ ਖਿਲਾਫ ਕੇਸ ਦਰਜ ਕੀਤੇ।
ਦੋਸ਼ ਪੱਤਰ ਭਰੇ ਗਏ ਔਰ ਉਹਨਾਂ ਤੋਂ ਪੁੱਛਗਿੱਛ ਵੀ ਕੀਤੀ ਗਈ। ਇੱਕ ਬੰਨੇ ਤੁਹਾਡਾ ਮਾਮਲਾ ਜਿਹੜਾ ਹੈ ਉਹ ਬੜੇ ਫਾਸਟ ਟਰੈਕ ਤੇ ਜਾ ਰਿਹਾ ਔਰ ਦੂਸਰੇ ਬੰਨੇ ਤੁਹਾਡਾ ਮਾਮਲਾ ਜਿਹੜਾ ਹੈ ਉਹ ਕਿਸੇ ਵੀ ਟਰੈਕ ਤੇ ਨਹੀਂ ਜਾ ਰਿਹਾ। ਇਸ ਤੋਂ ਵੱਡੀ ਹਾਸੋਹੀਣੀ ਗੱਲ ਕੀ ਹੋ ਸਕਦੀ ਹੈ? ਦੂਸਰੇ ਬੰਨੇ ਗੱਲ ਇਹ ਵੀ ਕੀਤੀ ਜਾਂਦੀ ਹੈ ਕਿ ਦਿੱਲੀ ਪੁਲਿਸ ਜਿਹੜੀ ਕਿ ਦਿੱਲੀ ਦੇ ਦੰਗਿਆਂ ਦੇ, ਯਾਨੀ ਕਿ ਪੂਰਬੀ ਦਿੱਲੀ ਦੇ ਦੰਗਿਆਂ ਦੇ ਵਿੱਚ ਕਹਿੰਦੇ ਕਿ ਅਸੀਂ ਬੜੇ ਕਾਰਜ ਕੁਸ਼ਲ ਹਾਂ ਔਰ ਅਸੀਂ ਬੜੀ ਫਾਸਟ ਤਰੀਕੇ ਦੇ ਨਾਲ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਕਰ ਰਹੇ ਹਾਂ। ਫਿਰ ਉਹ ਜਵਾਹਰ ਲਾਲ ਯੂਨੀਵਰਸਿਟੀ ਦੇ ਕੇਸ ਦੇ ਵਿੱਚ ਕਿਉਂ ਚੁੱਪੀ ਤੇ ਆ ਔਰ ਜਾਂ ਫਿਰ ਇੰਨੀ ਜਿਹੜੀ ਸਲੋ ਚਾਲ ਹੈ ਉਹ ਕਿਉਂ ਚੱਲ ਰਹੀ ਹੈ? JNU ਜਿਹੜਾ ਹੈ ਉਹ ਕੌਮਾਂਤਰੀ ਤੌਰ ਤੇ ਇੱਕ ਬੜਾ ਪ੍ਰਸਿੱਧ ਵਿਦਿਅਕ ਅਦਾਰਾ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹਨੂੰ ਤਰਜੀਹ ਦੇਣ ਔਰ ਤਰਜੀਹ ਦੇ ਆਧਾਰ ਤੇ ਇਹਦੀ ਤਫਤੀਸ਼ ਹੋਵੇ ਔਰ ਜਲਦ ਤੋਂ ਜਲਦ ਕੋਈ ਗ੍ਰਿਫਤਾਰੀ ਵੀ ਕੀਤੀ ਜਾਵੇ। ਜਿਹੜੇ ਸਿਆਸੀ ਮਾਰ ਨੇ ਉਹ ਇਹ ਕਹਿੰਦੇ ਨੇ ਕਿ ਦਿੱਲੀ ਪੁਲਿਸ ਜਿਹੜੀ ਹੈ ਉਹ ਕੇਂਦਰ ਸਰਕਾਰ ਦੇ ਪ੍ਰਭਾਵ ਤੇ ਅਧੀਨ ਹੈ, ਇਸ ਕਰਕੇ ਜਿਹੜਾ ਹੈ ਇਹਦੇ ਉੱਤੇ ਚੁੱਪੀ ਸਾਧੀ ਹੋਈ ਹੈ। ਪਰ ਇਹ ਚੁੱਪੀ ਜਿਹੜੀ ਹੈ ਸਰਕਾਰਾਂ ਨੂੰ ਨਹੀਂ ਸਾਧਣੀ ਚਾਹੀਦੀ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਔਰ ਜਦੋਂ ਤੁਸੀਂ ਤਰਾਜੂ ਤੋਲ ਰਹੇ ਹੁੰਦੇ ਆ ਨਾ, ਫਿਰ ਸਾਡੇ ਬਾਬੇ ਨਾਨਕ ਵਾਂਗੂ 13 ਤੋਲਣਾ ਚਾਹੀਦਾ ਹੈ। ਹਰ ਕਮਿਊਨਿਟੀ ਜਿਹੜੀ ਹੈ ਉਹ ਬਰਾਬਰ ਹੋਣੀ ਚਾਹੀਦੀ ਹੈ। ਪਰ ਜਦੋਂ ਦੀ ਇਹ ਸਰਕਾਰ ਆਈ ਹੈ ਇਹਦੇ 'ਚ ਹਾਰਡਲਾਈਨਰ ਬਹੁਤ ਨੇ ਔਰ ਲੱਗ ਰਿਹਾ ਹੈ ਕਿ ਕਿਸੇ ਇੱਕ ਜਿਹੜੀ ਕਮਿਊਨਿਟੀ ਹੈ, ਇੱਕ ਜਿਹੜਾ ਗਰੁੱਪ ਹੈ, ਉਹਨੂੰ ਲਗਾਤਾਰ ਜਿਹੜਾ ਹੈ ਵੱਧ ਦਿੱਤਾ ਜਾ ਰਿਹਾ ਹੈ ਔਰ ਦੂਸਰੇ ਗਰੁੱਪ ਨੂੰ ਜਿਹੜਾ ਹੈ ਵੱਧ ਦੇਣ ਦੀ ਬਜਾਏ ਉਹਨੂੰ ਬਰਾਬਰ ਵੀ ਨਹੀਂ ਦਿੱਤਾ ਜਾ ਰਿਹਾ। ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ। ਤੁਸੀਂ ਹਿਸਾਬ ਲਾ ਸਕਦੇ ਹੋ ਕਿ ਜੇ ਉਹਨਾਂ ਦੇ ਖਿਲਾਫ ਜਿਹੜੇ ਨੇ ਉਹ ਕੁਝ ਹਿੰਸਾ ਫੈਲਾਉਣ ਵਾਲੇ ਤੱਤਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਤੇ ਤੁਸੀਂ ਇਹਦਾ ਜਿਹੜਾ ਹੈ ਸਿੱਧਾ ਅੰਦਾਜ਼ਾ ਲਾ ਸਕਦੇ ਹੋ ਕਿ ਸਰਕਾਰਾਂ ਜਿਹੜੀਆਂ ਨੇ ਉਹ ਕਿੱਥੇ ਬੋਲ ਰਹੀਆਂ ਨੇ ਜਾਂ ਫਿਰ ਸਰਕਾਰਾਂ ਦਰਬਾਰਾਂ ਜਿਹੜੇ ਨੇ ਉਹਨਾਂ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ। ਇਹ ਮੁੱਦਾ ਜਿਹੜਾ ਹੈ ਜਲਦ ਤੋਂ ਜਲਦ ਜਿਹੜਾ ਹੈ ਉਹਦਾ ਹੱਲ ਕੱਢਣਾ ਚਾਹੀਦਾ ਹੈ, ਗ੍ਰਿਫਤਾਰੀ ਹੋਣੀ ਚਾਹੀਦੀ ਹੈ, ਪਤਾ ਲੱਗਣਾ ਚਾਹੀਦਾ ਹੈ ਕਿ ਦੋਸ਼ੀ ਕਿਉਂ ਨੇ। ਕੈਮਰੇ ਦੀਆਂ ਰਿਕਾਰਡਿੰਗਸ ਤੁਹਾਡੇ ਕੋਲੇ ਨੇ, ਕੈਮਰੇ ਤੁਹਾਡੇ ਕੋਲੇ ਨੇ, ਬਾਕਾਇਦਾ ਸਾਧਨਾਂ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਨੇ, WhatsApp ਗਰੁੱਪ ਤੁਸੀਂ ਟਰੈਕ ਕਰ ਲਏ ਨੇ ਔਰ ਕਈ ਤੇ ਜਿਹੜੇ ਨੇ ਆਪ ਮੁਹਾਰੇ ਵੀ ਬੋਲ ਰਹੇ ਨੇ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਇਹਨੂੰ ਤਰਜੀਹ ਦੇ ਕੇ ਲਾਅ ਐਂਡ ਆਰਡਰ ਬੈਟਰ ਦੱਸਣ ਵਾਲੇ ਜਿਹੜੇ ਨੇ ਉਹਨਾਂ ਨੂੰ ਐਕਚੁਅਲ 'ਚ ਲਾਅ ਐਂਡ ਆਰਡਰ ਬੈਟਰ ਬਣਾਉਣਾ ਚਾਹੀਦਾ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੁਲਿਸ ਤੇ ਸਰਕਾਰ ਜਿਹੜੀ ਹੈ ਉਹ ਇਸ ਸਮਾਜ ਯਾਨੀ ਕਿ ਸਾਡੇ ਸਟੂਡੈਂਟਸ ਦੇ ਲਈ ਫਿਕਰਮੰਦ ਨਹੀਂ ਹੈ। ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਜੇ ਚੰਗੀ ਗੱਲ ਦੀ ਆਵਾਜ਼ ਉਠਾਉਣਗੇ ਤੇ ਇਹਨਾਂ ਦੇ ਨਾਲ ਇਹ ਸਲੂਕੀ ਹੋਣੀ ਜਾਇਜ਼ ਹੈ। ਤੁਸੀਂ ਸੋਚ ਕੇ ਦੇਖਿਓ, ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜਿਹੜੇ ਬੱਚੇ ਜਿਹੜੇ ਨੇ ਉਹ ਦਿੱਲੀ ਯੂਨੀਵਰਸਿਟੀ ਦੀ ਕਿਸੇ ਵੀ ਯੂਨੀਵਰਸਿਟੀ 'ਚ ਪੜ੍ਹਨ, ਕੱਲ੍ਹ ਨੂੰ ਉਹ ਗਲਤ ਹੋਏ ਦੇ ਖਿਲਾਫ ਆਵਾਜ਼ ਉਠਾ ਲੈਣ ਤੇ ਉਹਨਾਂ ਨੂੰ ਇਹੋ ਜਿਹੇ ਸਲੂਕ ਦਾ ਸਾਹਮਣਾ ਕਰਨਾ ਪਵੇ ਤੇ ਕੀ ਹੋਵੇਗਾ? ਇਸੇ ਹੀ ਨੋਟ ਦੇ ਉੱਤੇ ਮੈਂ ਚੱਲਦਾ ਹਾਂ, ਫਿਰ ਮਿਲਾਂਗਾ ਤੁਹਾਨੂੰ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ, ਕਰਾਂਗਾ ਕਰੰਟ ਮੁੱਦਿਆਂ ਦੇ ਉੱਤੇ ਗੱਲਬਾਤ। ਦੇਖਦੇ ਰਹੋ ਪੰਜਾਬ ਮੇਲ USA TV। ਧੰਨਵਾਦ।